मेरी हमने चेता बोल देना फिर गल्ला चल कोई नहीं गल्ला जय भीम जय भारत। ਅੱਜ ਦੇ ਪ੍ਰੋਗਰਾਮ ਵਿੱਚ ਵੈਰੀ ਗੁੱਡ। ਹਾਜ਼ਰ ਸਾਰੇ ਸਾਥੀ ਜੋ ਸਮਾਂ ਕੱਢ ਕੇ ਆਏ ਆ ਉਹਨਾਂ ਦਾ ਡਾਕਟਰ ਅੰਬੇਡਕਰ ਮਿਸ਼ਨ ਬਹੁਤ ਬਹੁਤ ਸਵਾਗਤ ਕਰਦਾ ਹੈ। ਸਮਾਂ ਕੀਮਤੀ ਆ, ਵੀਰ ਨੇ ਕਿਹਾ ਹੈ। ਬਹੁਤ ਭਾਰੀ ਭਰਕਮ ਗੱਲਾਂ ਅਕਸਰ ਅਸੀਂ ਸਟੇਜਾਂ ਤੋਂ ਸੁਣਦੇ ਹਾਂ, ਕਰਦੇ ਹਾਂ, ਕਹਿੰਦੇ ਹਾਂ ਤੇ ਇੰਝ ਲੱਗਦਾ ਕਿ ਜਿੱਦਾਂ ਸੋਸ਼ਲ ਮੀਡੀਆ ਤੇ ਐ ਵੇਲੇ ਸਾਡੀ ਗੱਲ ਹੋ ਰਹੀ ਆ। ਜਿੰਨੀਆਂ ਚੰਗੀਆਂ ਗੱਲਾਂ ਕਹੀਆਂ ਜਾਣੀਆਂ ਚਾਹੀਦੀਆਂ ਸੀ ਲਗਭਗ ਸਾਰੀਆਂ ਕਹੀਆਂ ਜਾ ਚੁੱਕੀਆਂ ਆ, ਸਿਰਫ ਉਹਨਾਂ 'ਤੇ ਅਮਲ ਕਰਨਾ ਬਾਕੀ ਹੈ ਤੇ ਉਹਨਾਂ ਨੂੰ ਐਕਸ਼ਨ ਦੇ ਵਿੱਚ ਲਿਆਉਣਾ ਬਾਕੀ ਆ। ਉਸ ਪੱਖ ਦੇ ਪਿੱਛੇ ਅਸੀਂ ਬਹੁਤ ਪਿੱਛੇ ਹਾਂ, ਉਸ ਪੱਖ ਤੋਂ ਜੇ ਗੱਲ ਕਰੀਏ ਤੇ ਜਿਹੜਾ ਐਕਸ਼ਨ ਦਾ ਪੱਖ ਹੈ ਔਰ ਇਕੱਲੇ ਕਰਦੇ ਰਹਾਂਗੇ ਤੇ ਕਦੀ ਸੰਭਵ ਨਹੀਂ ਹੈ। ਬਾਬਾ ਸਾਹਿਬ ਨੇ ਆਪਣੀਆਂ ਲਿਖਤਾਂ ਦੇ ਵਿੱਚ ਸਾਡੇ ਸਾਰੇ ਹੀ ਸਾਨੂੰ ਮਾਰਗਦਰਸ਼ਨ ਦਿੱਤਾ ਆ, ਪਰ ਅਫਸੋਸ ਕਿ ਅਸੀਂ ਰੋਟੀ ਪਾਣੀ ਦੇ ਜੁਗਾੜ ਜੋਗੀ ਪੜ੍ਹਾਈ ਤੇ ਕਰ ਲਈ, ਕੋਈ ਕੁਛ ਬਣ ਗਿਆ, ਕੋਈ ਕੁਛ ਬਣ ਗਿਆ। ਲੇਕਿਨ ਜਦ ਤੱਕ ਅਸੀਂ ਬਾਬਾ ਸਾਹਿਬ ਤੋਂ ਨਹੀਂ ਪੜ੍ਹਦੇ ਅਸੀਂ ਉਸ ਜਾਗਰਤੀ ਨੂੰ ਪਾ ਹੀ ਨਹੀਂ ਸਕਦੇ, ਉਹ ਸਮਝ ਨੂੰ ਪਾ ਹੀ ਨਹੀਂ ਸਕਦੇ ਜੋ ਬਾਬਾ ਸਾਹਿਬ ਨੂੰ ਪੜ੍ਹ ਕੇ ਆਉਂਦੀ ਹੈ। ਕੋਈ ਡਾਕਟਰ ਬਣ ਜੇ, ਕੋਈ IAS ਬਣ ਜੇ, ਕੋਈ ਮਾਸਟਰ ਬਣ ਜੇ, ਉਹ ਇੱਕ ਪ੍ਰੋਫੈਸ਼ਨ ਦੇ ਵਿੱਚ ਤੇ ਕਾਮਯਾਬ ਹੋ ਸਕਦਾ ਹੈ। ਕੋਈ ਬਹੁਤ ਵਧੀਆ ਡਾਕਟਰ ਹੋ ਸਕਦਾ ਹੈ, ਕੋਈ ਬਹੁਤ ਵਧੀਆ ਐਡਮਿਨਿਸਟ੍ਰੇਟਰ ਹੋ ਸਕਦਾ ਹੈ, ਕੋਈ ਬਹੁਤ ਵਧੀਆ ਟੀਚਰ ਵੀ ਹੋ ਸਕਦਾ ਹੈ, ਕੋਈ ਇੰਜੀਨੀਅਰ ਵੀ ਹੋ ਸਕਦਾ ਹੈ। ਲੇਕਿਨ ਜਦੋਂ ਉਹਨੂੰ ਦਾਖਲਾ ਮਿਲਿਆ ਸੀ ਕਿੱਡਾ ਲੰਮਾ ਸਰਟੀਫਿਕੇਟ ਲਾ ਕੇ, ਜਦੋਂ ਉਹਨੂੰ ਨੌਕਰੀ ਮਿਲੀ ਸੀ ਇੱਕ ਬਾਬਾ ਸਾਹਿਬ ਨੇ ਦਿੱਤਾ ਐਡਾ ਵੱਡਾ ਸਰਟੀਫਿਕੇਟ ਲਾ ਕੇ, ਜਿਹੜਾ ਨਾ ਹੁੰਦਾ ਤੇ ਸ਼ਾਇਦ ਉਹ ਕਦੀ ਉਸ ਜਗ੍ਹਾ 'ਤੇ ਪਹੁੰਚਦਾ ਹੀ ਨਹੀਂ। ਉਹਦੇ ਨਾਲ ਨਾਲ ਬਾਬਾ ਸਾਹਿਬ ਨੇ ਕੁਝ ਜ਼ਿੰਮੇਵਾਰੀਆਂ ਵੀ ਫਿਕਸ ਕੀਤੀਆਂ ਸੀਗੀਆਂ ਰੀਪ੍ਰੈਜ਼ੈਂਟੇਸ਼ਨ ਦੀ, ਜਿਹਨੂੰ ਬਾਰ-ਬਾਰ ਸਾਡੇ ਨਾਂ ਦੇ ਉੱਤੇ ਰਿਜ਼ਰਵੇਸ਼ਨ ਕਿਹਾ ਜਾਂਦਾ ਨਾ, ਉਹ ਸ਼ਬਦ ਰਿਜ਼ਰਵੇਸ਼ਨ ਨਹੀਂ, ਰੀਪ੍ਰੈਜ਼ੈਂਟੇਸ਼ਨ। ਕਿ ਮੈਂ ਨੁਮਾਇੰਦਾ ਹਾਂ ਉਸ ਸਮਾਜ ਦਾ, ਜਿਸ ਸਮਾਜ ਚੋਂ ਮੈਂ ਆਇਆ ਹਾਂ, ਉਸ ਗੱਬੇ ਪੂਰੇ ਸਮਾਜ ਦੇ ਵਿੱਚੋਂ ਮੈਂ ਉੱਠ ਗਿਆ ਹਾਂ ਬਾਬਾ ਸਾਹਿਬ ਦੇ ਦਿੱਤੇ ਅਧਿਕਾਰਾਂ ਕਰਕੇ, ਤੇ ਅੱਜ ਮੈਂ ਉਸ ਸਮਾਜ ਦੇ ਵਾਸਤੇ ਕੰਮ ਕਰਨਾ ਆ। ਮੇਰੀ ਪਹਿਲੀ ਡਿਊਟੀ ਉਸ ਸਮਾਜ ਦੇ ਬਾਰੇ ਸੋਚਣਾ ਆ। ਐਂਡ ਫॉर दैट ਆਈ ਵਿਲ ਹੈਵ ਟੂ ਪੇ ਬੈਕ ਟੂ ਦਾ ਸੋਸਾਇਟੀ। ਮੇਰੇ ਪੱਲੇ ਜੋ ਆ ਉਹਦੇ ਵਿੱਚੋਂ ਬਾਬਾ ਸਾਹਿਬ ਮੇਰੀ ਡਿਊਟੀ ਲਾ ਕੇ ਗਏ ਸੀ ਕਿ ਇਹਦਾ 5% 20 ਦਸਵੰਧ ਤੁਸੀਂ ਬਹੁਤ ਵਾਰੀ ਸੁਣਿਆ ਹੋਏਗਾ, 20 ਫਿਕਸ ਕੀਤਾ ਸੀਗਾ ਕਿ ਮੈਂ ਆਪਣੇ ਟੈਲੈਂਟ, ਟਾਈਮ ਐਂਡ ਟ੍ਰਾਈਅਲ, 3 T ਨੇ, ਮੇਰਾ ਹੁਨਰ, ਮੇਰਾ ਸਮਾਂ ਔਰ ਮੇਰਾ ਪੈਸਾ, ਉਹਦਾ ਘੱਟੋ ਘੱਟ 5% ਮੈਂ ਆਪਣੇ ਸਮਾਜ ਨੂੰ ਦਵਾਂਗਾ। ਲੇਕਿਨ ਅਸੀਂ ਅੱਜ ਜਿੰਨੇ ਵੀ ਇੱਥੇ ਲੋਕ ਬੈਠੇ ਹਾਂ, ਅਸੀਂ ਇਮਾਨਦਾਰੀ ਨਾਲ ਦੇਖੀਏ ਕਿ ਕੀ ਇਹ 3 ਚੀਜ਼ਾਂ ਅਸੀਂ ਰੋਜ਼ ਕਰਦੇ 5% ਦੇ ਹਿਸਾਬ ਨਾਲ ਅਸੀਂ ਆਪਣੇ ਸਮਾਜ ਨੂੰ ਦਿੰਦੇ ਹਾਂ। ਔਰ ਜੇ ਨਹੀਂ ਦਿੰਦੇ, ਜਿਹੜੇ ਦਿੰਦੇ ਆ ਉਹਨਾਂ ਨੂੰ ਸਲਾਮ, ਉਹਨਾਂ ਵਾਸਤੇ ਜ਼ੋਰਦਾਰ ਤਾੜੀਆਂ। ਪਰ ਜਿਹੜੇ ਨਹੀਂ ਦਿੰਦੇ ਉਹ ਇਹ ਲਾਮਾ ਨਾ ਦੇਣ ਕਿ ਮਨੂਵਾਦੀ ਸਾਡੇ ਦੁਸ਼ਮਣ, ਮਨੂਵਾਦੀ ਇਹ ਕਰਦੇ ਆ, ਮਨੂਵਾਦੀ ਉਹ ਕਰਦੇ ਆ। ਜਿੱਦਣ ਬਾਬਾ ਸਾਹਿਬ ਨੇ ਮਨੂ ਸਮ੍ਰਿਤੀ ਜਲਾ ਕੇ ਤੇ ਸੰਵਿਧਾਨ ਨੂੰ ਮਾਨਤਾ ਦੇ ਦਿੱਤੀ ਸੀ ਨਾ, ਉਸ ਦਿਨ ਇਹ ਗੱਲਾਂ ਸਾਰੀਆਂ ਮੁੱਕ ਗਈਆਂ ਸੀਗੀਆਂ। ਅੱਜ ਅਸੀਂ ਸੰਵਿਧਾਨ ਦੇ ਉੱਤੇ ਗੱਲ ਕਰਨ ਲਈ ਬੈਠੇ ਹੋਏ ਹਾਂ। ਇਹ ਸੰਵਿਧਾਨ ਦੀ ਤਾਕਤ ਆ ਕਿ ਬਾਬਾ ਸਾਹਿਬ ਨੇ ਉਹਨੂੰ ਅੱਗ ਲਾ ਕੇ ਤੇ ਸੰਵਿਧਾਨ ਨੂੰ ਲਾਗੂ ਕਰਨ ਦੀ ਘੋਸ਼ਣਾ ਕਰ ਦਿੱਤੀ ਕਿ ਅੱਜ ਤੋਂ ਬਾਅਦ ਇਹ ਸੰਵਿਧਾਨ ਜਿਹੜਾ ਆ ਤੁਹਾਡਾ ਰਾਖਾ ਆ। ਪਰ ਕੀ ਅੱਜ ਵੀ ਸਾਨੂੰ ਜ਼ਰੂਰਤ ਹੈ ਕਿਸੇ ਨੂੰ ਭੰਡਣ ਦੀ ਜਾਂ ਕਿਸੇ ਨਾਲ ਜਾ ਕੇ ਜੇ ਕੋਈ ਧੱਕਾ ਕਰਦਾ ਫਿਰ ਤਾਂ ਅਫਕੋਰਸ ਹਰ ਤਰੀਕੇ ਨਾਲ ਲੜਾਈ ਦੇ ਰਸਤੇ ਖੁੱਲ੍ਹੇ। ਸੰਵਿਧਾਨ ਸਾਨੂੰ ਤਾਕਤ ਦਿੰਦਾ ਹੈ, ਲੜਾਈ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਹੈ, ਫਿਰ ਉਹ ਸੰਵਿਧਾਨਿਕ ਲੜਾਈ ਲੜਨ ਦਾ ਹੱਕ ਹੈ ਸਾਨੂੰ। ਲੇਕਿਨ ਤੁਸੀਂ ਧਿਆਨ ਨਾਲ ਦੇਖੋ ਕਿ ਜਿਹੜਾ ਸਾਡਾ ਸ਼ੋਸ਼ਕ ਆ, ਕੀ ਉਹ ਸੜਕ ਦੀ ਲੜਾਈ ਲੜਦਾ ਹੈ? ਕੀ ਉਹ ਕਿਰਪਾਨਾਂ ਦੀ ਹਥਿਆਰਾਂ ਦੀ ਲੜਾਈ ਲੜਦਾ ਹੈ? ਉਹ ਕੀ ਕਰਦਾ ਹੈ? ਜਿੱਦਾਂ ਦਾ ਦੁਸ਼ਮਣ ਸਾਨੂੰ ਉੱਦਾਂ ਦੀ ਸਮਝ ਪੈਦਾ ਕਰਨੀ ਪੈਣੀ ਆ। ਸਾਨੂੰ ਤਰੀਕੇ ਵੀ ਉਹਦੇ ਲੱਭਣੇ ਪੈਣੇ ਆ ਕਿ ਤੁਸੀਂ ਉਹਦੀ ਧੌਣ ਵਿੱਚ ਗੋਡਾ ਕਿਵੇਂ ਰੱਖਣਾ ਹੈ। ਸਾਡੇ ਲੋਕ, ਜ਼ਿਆਦਾਤਰ ਲੋਕ ਖੜਕਾ ਦੜਕਾ ਸੜਕਾਂ ਦੀ ਲੜਾਈ ਨੂੰ ਤਰਜੀਹ ਦਿੰਦੇ ਆ। ਲੇਕਿਨ ਅਕਸਰ ਦੇਖੋ, ਇਤਿਹਾਸ ਖੋਲ੍ਹ ਕੇ ਦੇਖੋ ਕਿ ਜਦੋਂ ਵੀ ਸਾਡੇ ਲੋਕ ਸੜਕਾਂ 'ਤੇ ਉਤਰੇ ਆ, ਬਹੁਤ ਜਗ੍ਹਾ ਸਾਡੇ ਜ਼ਿਆਦਾ ਨੁਕਸਾਨ ਹੋਇਆ ਆ ਦੂਸਰਿਆਂ ਦੇ ਕੰਪੈਰੇਟਿਵਲੀ, ਕਿਉਂਕਿ ਉਹ ਸ਼ਾਸਕ ਨੇ, ਉਹ ਸ਼ੋਸ਼ਕ ਵੀ ਨੇ, ਉਹ ਸ਼ਾਸਕ ਵੀ ਨੇ। ਔਰ ਸਾਡੇ ਕੋਲ ਇੱਕ ਬੁਨਿਆਦੀ ਚੀਜ਼ ਸਮਾਜਿਕ ਜਾਗਰਤੀ ਹੋਣੀ ਚਾਹੀਦੀ ਆ, ਉਹ ਜਾਗਰਤ ਵੀ ਨੇ। ਅਸੀਂ ਜਾਗਰਤੀ 'ਚ ਵੀ ਪਿੱਛੇ ਹਾਂ ਕਿਉਂਕਿ ਅਸੀਂ ਪੇ ਬੈਕ ਟੂ ਦ ਸੋਸਾਇਟੀ ਨਹੀਂ ਕਰਦੇ। ਇੱਕ ਪਾਰਟ ਇਹ ਆ ਕਿ ਸਾਡਾ ਸਮਾਜ ਹੀ ਜਿਹੜਾ ਆ ਉਹ ਪਹਿਲੇ ਹੀ ਉਹਨਾਂ ਹਾਲਾਤਾਂ 'ਚ ਲੰਘ ਰਿਹਾ ਹੈ ਕਿ ਜਿਹੜੇ ਉਹਦੇ ਇੰਨਾ ਸਮਰੱਥ ਨਹੀਂ ਆ ਕਿ ਉਹ ਸੜਕਾਂ ਦੀ ਲੜਾਈ ਲੜ ਸਕੇ, ਉਹ ਹੋਰ ਤਰ੍ਹਾਂ ਦੀ ਲੜਾਈ ਲੜ ਸਕੇ। ਉਹ ਅਗਿਆਨੀ ਵੀ ਆ, ਉਹ ਪੜ੍ਹਿਆ ਲਿਖਿਆ ਬਹੁਤਾ ਨਹੀਂ ਆ, ਉਹ ਗਰੀਬ ਵੀ ਆ, ਉਹਦੇ ਕੋਲ ਸੰਸਾਧਨ ਬਹੁਤ ਘੱਟ ਨੇ।
ਇਸ ਕਰਕੇ ਉਹ ਇੱਦਾਂ ਦੀ ਲੜਾਈ ਕਿਵੇਂ ਲੜ ਸਕੇਗਾ? ਇੱਕ ਪਰਿਵਾਰ 'ਚ ਬੰਦਾ ਦਿਹਾੜੀ ਲਾ ਕੇ ਰੋਟੀ ਕਮਾਉਂਦਾ, ਉਹਨੂੰ ਜੇਲ੍ਹ 'ਚ ਦੇ ਦਿਓ, ਉਹਦੇ ਘਰ ਦਾ ਕੀ ਬਣੇਗਾ? ਪਿੱਛੋਂ ਸਾਡੇ ਲੋਕਾਂ ਹੀ ਨਹੀਂ ਸਾਂਭਣਾ, ਆਪਣੇ ਲੋਕਾਂ ਹੀ ਸਾਥ ਨਹੀਂ ਦੇਣਾ। ਇਹ ਕਮਜ਼ੋਰੀਆਂ ਕਿਹੜੀਆਂ ਨੇ? ਕਿ ਸਾਡੇ ਵਿਰੋਧੀ ਦੀਆਂ ਨੇ ਜਾਂ ਸਾਡੀਆਂ ਨੇ? ਆਪਣੀ ਪੀੜ੍ਹੀ ਥੱਲੇ ਸੋਚਾਂ ਫੇਰੇ ਬਿਨਾਂ ਅਸੀਂ ਕਿਵੇਂ ਅੱਗੇ ਵੱਧ ਸਕਦੇ ਹਾਂ? ਮੈਂ ਕਮਜ਼ੋਰ ਹੋਣ ਨੂੰ ਨਹੀਂ ਕਹਿ ਰਿਹਾ, ਜਿੱਥੇ ਲੋੜ ਪੈਂਦੀ ਆ, ਜੋ ਸਿਰ ਤੇ ਪੈ ਜਾਂਦੀ ਆ, ਤੇ ਜਿਹੜਾ ਕਮਜ਼ੋਰ ਤੋਂ ਕਮਜ਼ੋਰ ਹੁੰਦਾ ਵੱਡੇ ਵੱਡੇ ਕਿਲੇ ਵਢਾ ਦਿੰਦਾ ਆ। ਇੱਦਾਂ ਹੋਇਆ ਆ ਦੁਨੀਆ ਦੇ ਇਤਿਹਾਸ ਵਿੱਚ। ਪਰ ਭਾਰਤ ਦੇ ਇਤਿਹਾਸ ਵਿੱਚ ਹਾਲੇ ਤੱਕ ਇਹੋ ਜਿਹੀ ਲੜਾਈ ਜਿਹੜੀ ਲੜੀ ਗਈ ਹੈ, ਜਿੱਦਾਂ ਭੀਮਾ ਕੋਰੇਗਾਂਵ ਦੀ ਬੈਟਲ ਆ, ਜਿਹੜੇ ਸਾਡੇ ਪੁਰਖਿਆਂ ਦਾ ਇਤਿਹਾਸ ਆ, ਉਹ ਸਾਨੂੰ ਹੀ ਨਹੀਂ ਪਤਾ। ਅਸੀਂ ਲੋਕਾਂ ਦੇ ਤਿਉਹਾਰ ਮਨਾਈ ਜਾਂਦੇ ਹਾਂ, ਅਸੀਂ ਲੋਕਾਂ ਦੀ ਜਿੱਤ ਦੇ ਤਿਉਹਾਰ ਮਨਾਈ ਜਾਂਦੇ ਹਾਂ। ਫਿਰ ਇਹ ਜਾਗਰਤੀ ਦੀ ਕਮੀ ਹੈ। ਫਿਰ ਸਾਡਾ ਮਕਸਦ ਕੀ ਆ? ਕਿ ਜਾਗਰਤੀ ਦਾ ਅੰਦੋਲਨ ਚੱਲਣਾ ਚਾਹੀਦਾ, ਔਰ ਸਮਾਜਿਕ ਜਾਗਰਤੀ ਤੋਂ ਬਗੈਰ ਜੇਕਰ ਅਸੀਂ ਕੋਈ ਹੋਰ ਪਰਿਵਰਤਨ ਲਿਆਉਂਦੇ ਹਾਂ, ਚਾਹੇ ਉਹ ਰਾਜਨੀਤਿਕ ਪਰਿਵਰਤਨ ਆ, ਹੈਲੋ, ਜੇਕਰ ਸਮਾਜਿਕ ਜਾਗਰਤੀ ਤੋਂ ਬਗੈਰ ਕੋਈ ਵੀ ਪਰਿਵਰਤਨ ਆਵੇਗਾ, ਉਹ ਚਿਰ ਸਥਾਈ ਨਹੀਂ ਹੋਏਗਾ, ਉਹ ਟਿਕੇਗਾ ਨਹੀਂ, ਉਹ ਬਹੁਤ ਜਲਦੀ ਢੇਰੀ ਹੋ ਜਾਏਗਾ। ਜਦ ਤੱਕ ਕੇਡਰਾਈਜ਼ਡ ਲੋਕ, ਅੰਬੇਡਕਰਾਈਟ ਲੋਕ, ਸਮਝ ਦੇ ਪੱਕੇ ਲੋਕ ਮਿਸ਼ਨ ਨੂੰ ਨਹੀਂ ਸਾਂਭਣਗੇ, ਹਰ ਇੱਕ ਫੀਲਡ ਵਿੱਚ ਨਹੀਂ ਆਉਣਗੇ, ਚਾਹੇ ਉਹ ਸਾਡਾ ਧਾਰਮਿਕ, ਚਾਹੇ ਸੱਭਿਆਚਾਰਕ, ਚਾਹੇ ਆਰਥਿਕ, ਚਾਹੇ ਸਮਾਜਿਕ, ਚਾਹੇ ਰਾਜਨੀਤਿਕ ਪੱਖ ਆ, ਜਦ ਤੱਕ ਉਹ ਪੱਕੇ ਲੋਕ, ਮਿਸ਼ਨ ਦੀ ਸਮਝ ਵਾਲੇ ਲੋਕ, ਪੇ ਬੈਕ ਟੂ ਦਾ ਸੁਸਾਇਟੀ ਵਾਲੇ ਲੋਕ ਨਹੀਂ ਆਉਣਗੇ, ਉਹਦੀ ਕਮਾਨ ਨਹੀਂ ਸਾਂਭਣਗੇ, ਉਹ ਬਾਰ-ਬਾਰ ਡਿੱਗੇਗਾ, ਢਹੇਗਾ, ਔਰ ਉਹ ਜ਼ਿਆਦਾ ਦੇਰ ਨਹੀਂ ਚੱਲ ਪਾਏਗਾ। ਇਸ ਕਰਕੇ ਸਮਾਜਿਕ ਚੇਤਨਤਾ, ਸਮਾਜਿਕ ਜਾਗਰਤੀ, ਅੰਬੇਡਕਰਿਜ਼ਮ ਨੂੰ ਜਾਣਨਾ। ਪਿੱਛੇ ਜੇ ਅਸੀਂ ਪ੍ਰਬੁੱਧ ਭਾਰਤ ਫਾਊਂਡੇਸ਼ਨ ਦੀ ਕਿਤਾਬ ਇੱਕ ਬਣਾਈ ਸੀਗੀ, ਉਹਦਾ ਨਾਮ ਰੱਖਿਆ ਸੀਗਾ ਅੰਬੇਡਕਰਿਜ਼ਮ ਇਜ਼ ਸਿਨੋਨਿਮ ਆਫ ਕਨਸਟੀਟਿਊਸ਼ਨ ਐਂਡ ਡੈਮੋਕ੍ਰੇਸੀ। ਅੰਬੇਡਕਰਿਜ਼ਮ, ਅੰਬੇਡਕਰਵਾਦ ਲੋਕਤੰਤਰ ਔਰ ਸੰਵਿਧਾਨ ਦਾ ਦੂਜਾ ਨਾਂ ਆ। ਪਰ ਲੋਕ ਕਨਫਿਊਜ਼ ਕਰਦੇ ਇਸ ਗੱਲ ਨੂੰ, ਸਮਝਦੇ ਆ ਜਿਹੜੇ ਦੂਸਰੇ ਲੋਕ ਆ ਕੀ ਭਰਮ ਪੈਦਾ ਕਰਦੇ ਆ, ਔਰ ਸਾਡੇ ਆਪਣੇ ਲੋਕ ਇਸ ਗੱਲ ਨੂੰ ਮੰਨਦੇ ਆ, ਇਸ ਗੱਲ ਨੂੰ ਕਿ ਸਾਨੂੰ ਤੇ ਬਾਬਾ ਸਾਹਿਬ ਨੇ ਰਿਜ਼ਰਵੇਸ਼ਨ ਦਿੱਤੀ ਆ, ਹੋਰ ਸਾਨੂੰ ਹੋਰ ਕਿਸੇ ਘਰ ਦਾ ਪਤਾ ਹੀ ਨਹੀਂ ਹੈ, ਹੋਰ ਬਾਬਾ ਸਾਹਿਬ ਨੇ ਕੀ ਕੀਤਾ ਸਾਨੂੰ ਪਤਾ ਹੀ ਨਹੀਂ ਆ। ਔਰ ਅਸੀਂ ਕਿੱਥੇ ਕਿੱਥੇ ਪਹੁੰਚ ਗਏ, ਕਿੱਦਾਂ ਦੇ ਘਰਾਂ 'ਚ, ਕਾਰਾਂ ਕੋਠੀਆਂ 'ਚ ਰਹਿਣ ਲੱਗ ਪਏ ਆ, ਘੁੰਮਣ ਲੱਗ ਪਏ ਆ। ਪਰ ਤੁਸੀਂ ਧਿਆਨ ਨਾਲ ਦੇਖੋ ਕਿ ਕੀ ਸਾਨੂੰ ਵਾਕਿਆ ਹੀ ਉਹ ਚੀਜ਼ ਪਤਾ ਹੈ ਜੋ ਸਾਨੂੰ ਪਤਾ ਹੋਣੀ ਚਾਹੀਦੀ ਆ, ਜੋ ਸਾਡੇ ਵਿਰੋਧੀ ਨੂੰ, ਸਾਡੇ ਸ਼ੋਸ਼ਕ ਨੂੰ ਪਤਾ ਆ, ਔਰ ਉਹ ਸਾਡੇ ਕੋਲੋਂ ਆਪਣਾ ਕੰਮ ਕਰਵਾਈ ਜਾ ਰਿਹਾ, ਔਰ ਅਸੀਂ ਕੁਹਾੜੇ ਦੇ ਦਸਤੇ ਵਾਂਗ ਆਪਣੀ ਰੁੱਖ ਦੀਆਂ ਜੜ੍ਹਾਂ ਵੱਢੀ ਜਾ ਰਹੇ ਹਾਂ। ਇਹ ਕੰਮ ਕਦੋਂ ਕਰਾਂਗੇ? ਜੇ ਇੱਕ ਪਾਸੇ ਕਹੀਏ ਨਾ ਸੰਵਿਧਾਨ ਖਤਰੇ 'ਚ, ਸੰਵਿਧਾਨ ਖਤਰੇ 'ਚ ਆ, ਇਹ ਕਹਿਣਾ ਠੀਕ ਨਹੀਂ ਹੋ ਜਾਣਾ। ਮੇਰਾ ਸਾਰਾ ਫੋਕਸ ਆਪਣੇ 'ਤੇ ਰਹੇਗਾ। ਮੈਂ ਆਪਣਿਆਂ ਕੋਲੋਂ ਉਮੀਦ ਕਰ ਸਕਦਾ ਹਾਂ ਕਿ ਮੇਰਾ ਸਹਿਯੋਗ ਕਰਨਗੇ। ਮੈਨੂੰ ਪਤਾ ਆ ਕਿ ਮੇਰੇ ਸਮਾਜ ਦੀ ਲੜਾਈ ਮੈਨੂੰ ਲੜਨੀ ਪੈਣੀ ਆ, ਸਾਨੂੰ ਹੀ ਲੜਨੀ ਪੈਣੀ ਆ। ਮੈਂ ਇਕੱਲਾ ਲੜਨ ਜਾਵਾਂਗਾ, ਮੈਂ ਪਹਿਲੇ ਦਿਨ ਢਾਇਆ ਜਾ ਸਕਦਾ ਆ, ਮੈਂ ਦੂਜੇ ਦਿਨ ਢਾਇਆ ਜਾ ਸਕਦਾ। ਪਰ ਜੇ ਮੇਰੇ ਨਾਲ ਮੇਰੀਆਂ ਬਾਹਾਂ ਬਣ ਕੇ ਜਾਂ ਮੈਂ ਉਹਨਾਂ ਦੀਆਂ ਬਾਹਾਂ ਬਣ ਕੇ ਨਾਲ ਖੜ ਜਾਂਦਾ, ਆਪਣੇ ਭਾਈਚਾਰੇ ਦੇ ਨਾਲ, ਆਪਣੇ ਸਮਾਜ ਦੇ ਨਾਲ, ਤੇ ਸਾਡੇ ਸਾਹਮਣੇ ਕੋਈ ਖੜਨ ਨੂੰ ਨਹੀਂ ਹੁੰਦਾ। ਇਹ ਜਾਬਦਾਰ ਤਲਾਬ ਦੀ ਕਹਾਣੀ ਪੜ੍ਹੋਗੇ ਤੇ ਤੁਹਾਨੂੰ ਹੈਰਾਨੀ ਹੋਏਗੀ ਕਿ ਬਾਬਾ ਸਾਹਿਬ ਜਦੋਂ ਤਲਾਬ ਦਾ ਪਾਣੀ ਪੀਣ ਗਏ ਆ ਤੇ ਲੋਕ ਡਰਦੇ ਸੀ, ਕਹਿੰਦੇ ਮੇਰੇ ਨਾਲ ਪਿੱਛੇ ਖੜ ਜਿਓ, ਤੁਸੀਂ ਆ ਜਾਓ, ਤੇ ਜੇਕਰ ਤੁਹਾਨੂੰ ਕੋਈ ਮਾਰਨ ਪਏਗਾ ਤੁਸੀਂ ਭੱਜ ਜਾਓ, ਮੈਂ ਇਕੱਲਾ ਹੀ ਸਾਂਭ ਲਾਂਗਾ। ਤੇ ਵੱਡੀ ਗੱਲ, ਅੱਗੋਂ ਕੋਈ ਆਇਆ ਹੀ ਨਹੀਂ। ਅਸੀਂ ਆਪਣੇ ਦੁਸ਼ਮਣ ਦਾ ਬਹੁਤ ਵੱਡਾ ਹਊਆ ਵੀ ਬਣਾਇਆ ਹੋਇਆ ਆ, ਅਸੀਂ ਉਹ ਸੋਚਦੇ ਹਾਂ। ਫਿਰ ਨੌਕਰੀਆਂ ਮਿਲਣ ਤੋਂ ਬਾਅਦ ਵਧੀਆ ਕਲੋਨੀਆਂ 'ਚ ਰਹਿੰਦੇ ਹਾਂ, ਵਧੀਆ ਕੋਠੀਆਂ 'ਚ ਰਹਿੰਦੇ ਹਾਂ, ਵਧੀਆ ਥਾਵਾਂ 'ਤੇ ਬਹਿੰਦੇ ਹਾਂ, ਸਾਨੂੰ ਇੱਕ ਡਰ ਸਤਾਉਂਦਾ ਰਹਿੰਦਾ ਕਿ ਇਸ ਬੰਦੇ ਨੂੰ ਪਤਾ ਲੱਗ ਜੂਗਾ ਕਿ ਇਹ ਹੈ ਕੌਣ। ਮੈਂ ਦੱਸ ਦੇਣਾ ਚਾਹੁੰਦਾ ਕਿ ਸਭ ਨੂੰ ਸਾਡੇ ਪਹੁੰਚਣ ਤੋਂ ਪਹਿਲੇ ਪਤਾ ਲੱਗ ਚੁੱਕਾ ਹੁੰਦਾ ਵੀ ਅਸੀਂ ਹੈ ਕੌਣ। ਪਰ ਜਦੋਂ ਮੈਂ ਇੱਥੇ, ਅਸੀਂ ਅਕਸਰ ਗੱਲ ਕਰਦੇ ਹਾਂ ਕਿ ਮੈਂ ਮੁੱਖ ਰੂਪ ਦੇ ਵਿੱਚ ਜਿਹੜੀ ਸਾਡਾ ਸਮਾਜ ਆ ਉਹਨੂੰ 3 ਹਿੱਸਿਆਂ 'ਚ ਵੰਡਦਾ ਹਾਂ। ਇੱਕ ਹਰੀਜਨ, ਇੱਕ ਐਸੀ, ਇੱਕ ਅੰਬੇਡਕਰਵਾਦੀ। ਹਰੀਜਨ ਕੌਣ ਨੇ? ਜਿਹੜੇ ਅੱਜ ਵੀ ਉਹੀ ਕੁਝ ਕਰ ਰਹੇ ਆ ਜੋ ਉਹਨਾਂ ਦਾ ਦੁਸ਼ਮਣ ਕਹਿੰਦਾ ਆ। ਉਹ ਸਾਰਾ ਕੁਛ ਹੀ ਜੋ ਸੱਭਿਆਚਾਰਕ ਤੌਰ ਤੇ, ਧਾਰਮਿਕ ਤੌਰ ਤੇ ਉਹਨਾਂ ਦੇ ਤਿਉਹਾਰ ਵੀ ਉਹੀ ਆ, ਉਹਨਾਂ ਦਾ ਸੱਭਿਆਚਾਰ ਵੀ ਉਹੀ ਆ, ਉਹਨਾਂ ਦੀਆਂ ਰਾਜਨੀਤਿਕ ਪਾਰਟੀਆਂ ਵੀ ਉਹੀ ਆ, ਜਿਹਨਾਂ ਨੇ ਉਹ ਹਰੀਜਨ ਬਣਾਇਆ। ਉਹ ਸਾਰੀਆਂ ਮਨੂਵਾਦੀ ਪਾਰਟੀਆਂ ਦੇ ਵਿੱਚ ਮਨੂਵਾਦੀ ਕਰਮਕਾਂਡਾਂ ਵਿੱਚ ਲਿਪਤ ਨੇ। ਮੈਂ ਐਸੀ ਕਿਹਨੂੰ ਕਹਿਣਾ, ਤੁਸੀਂ ਸਾਰੇ ਜਾਣਦੇ ਜੇ ਕਿ ਕਮ ਸੇ ਕਮ ਜਿਹਨੂੰ ਪਤਾ ਲੱਗ ਗਿਆ ਕਿ ਬਾਬਾ ਸਾਹਿਬ ਨੇ ਯਾਰ ਇੱਕ ਰਿਜ਼ਰਵੇਸ਼ਨ ਦਿੱਤੀ ਆ, ਇਹਦੇ ਨਾਲ ਮੈਂ ਆਪਣੇ ਪਰਿਵਾਰ ਦਾ ਤੇ ਆਪਣਾ ਭਲਾ ਕਰ ਸਕਦਾ ਹਾਂ, ਮੈਂ ਤਰੱਕੀ ਕਰ ਸਕਦਾ, ਮੈਨੂੰ ਪੜ੍ਹਨਾ ਚਾਹੀਦਾ, ਤੇ ਮੈਨੂੰ ਉਹਨਾਂ ਦੇ ਘਰਾਂ ਦੇ ਵਰਤੇ ਕਰਕੇ ਨੌਕਰੀ ਲੈ ਕੇ ਰੋਟੀ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ। ਤੇ ਉਸ ਤੋਂ ਬਾਅਦ ਫਿਰ ਉਹ ਸੌਂ ਜਾਂਦਾ ਆ ਖਾ ਪੀ ਕੇ ਮਜ਼ੇ ਨਾਲ, ਤੇ ਉਹਨੂੰ ਦੇਣ ਬਾਰੇ ਨਹੀਂ ਪਤਾ। ਵੀਰ ਨੇ ਹੁਣੇ ਕਿਹਾ ਸੀ ਨਾ ਕਿ ਤੁਹਾਨੂੰ ਇਸ ਜਾ ਕੇ ਕੀ ਮਿਲਦਾ ਹੈ, ਉਹਨਾਂ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਸਾਨੂੰ ਬਹੁਤ ਕੁਝ ਮਿਲਿਆ ਆ, ਅਸੀਂ ਸਿਰਫ ਦੇਣ ਜਾਂਦੇ ਹਾਂ।
ਅਸੀਂ ਆਪਣੇ ਸਮਾਜ ਨੂੰ ਦੇਣ ਜਾਂਦੇ ਹਾਂ। ਅੱਜ ਅੰਦਰ ਜਿਹੜਾ ਦਿਲ ਧੜਕਦਾ ਬਾਬਾ ਸਾਹਿਬ ਵਾਸਤੇ, ਮਿਸ਼ਨ ਵਾਸਤੇ, ਉਹ ਸਿਰਫ ਲੋਕਾਂ ਵਾਸਤੇ, ਆਪਣੇ ਭੈਣ ਭਰਾਵਾਂ ਵਾਸਤੇ, ਆਪਣੇ ਸਮਾਜ ਵਾਸਤੇ ਕੁਝ ਕਰ ਗੁਜ਼ਰਨ ਦੀ ਇੱਕ ਤਮੰਨਾ ਆ। ਮਿਲਿਆ ਤੇ ਪਹਿਲੇ ਬਾਬਾ ਸਾਹਿਬ ਦੀ ਕਿਰਪਾ ਨਾਲ ਇੰਨਾ ਕੁਛ ਹੋਇਆ ਕਿ ਅਸੀਂ ਰੋਜ਼ ਉੱਠ ਕੇ ਦਿਨ ਰਾਤ ਧੰਨਵਾਦ ਕਰੀਏ ਤਾਂ ਵੀ ਗੱਲ ਪੂਰੀ ਨਹੀਂ ਹੁੰਦੀ। ਹੁਣ ਤੀਜੀ ਕਿਸਮ ਆਉਂਦੀ ਹੈ ਅੰਬੇਡਕਰ ਵਾਲੀ। ਦੋ ਅਸੀਂ ਕਰ ਲਈਆਂ, ਹਰੀਜਨ ਦੀ ਗੱਲ ਵੀ ਕਰ ਲਈ, ਐਸਸੀ ਦੀ ਗੱਲ ਵੀ ਕਰ ਲਈ। ਦੂਜੇ ਲੈਵਲ ਵਾਲੇ ਮੈਂ ਕਹਾਂਗਾ ਚਲੋ ਘੱਟ ਸਵਾਰਥ ਨਹੀਂ, ਪਰ ਕਮ ਸੇ ਕਮ ਆਪਣੇ ਬਾਰੇ ਜਾਂ ਬਾਬਾ ਸਾਹਿਬ ਦੇ ਦਿੱਤੇ ਹੱਕ ਨੂੰ ਖਾਦੇ ਰਹੇ। ਹਾਲਾਂਕਿ ਉਹਦੇ ਵਿੱਚ ਮੈਜੋਰਿਟੀ ਅੱਜ ਉਹੀ ਕਲਾਸ ਆ ਗਈ ਆ ਕਿ ਜਿਹਨਾਂ ਨੂੰ ਕੋਈ ਲੈਣ ਦੇਣ ਨਹੀਂ ਹੈ ਸਮਾਜ, ਉਹ ਬਹੁਤ ਵੈਲ ਆਫ ਨੇ, ਗਰੀਬ ਨੂੰ ਮੈਂ ਲਾਮਾ ਨਹੀਂ ਦਿੰਦਾ, ਪਰ ਜਿਹੜਾ ਸਮਰੱਥ ਆ ਉਹਦੇ ਨਾਲ ਪੂਰੇ ਲਾਮੇ ਨੇ, ਪੂਰੀ ਨਾਰਾਜ਼ਗੀ ਹੈ। ਉਸੇ ਸਮਾਜ ਦੀ ਦੌਲਤ ਆ ਜਿਹੜੀ ਪਿੱਛੇ ਆ, ਪਿਛੜੇ ਨੇ। ਅੰਬੇਡਕਰ ਦੀ ਕੀ ਪਛਾਣ ਆ? ਉਹ ਕਿਸਮ ਆ ਜਿਹੜਾ ਕਹਿੰਦਾ ਆ ਕਿ ਮੈਨੂੰ ਮਿਲਿਆ ਹੀ ਇੰਨਾ ਆ, ਮੈਂ ਭਰਿਆ ਹੀ ਇੰਨਾ ਆ ਕਿ ਇਹ ਡੁੱਲ ਡੁੱਲ ਪੈਂਦਾ ਆਪਣੇ ਸਮਾਜ ਵਾਸਤੇ, ਮੈਂ ਤੇ ਉਸ ਤੇ ਨਿਸ਼ਾਵਰ ਹੋਣ ਨੂੰ ਤਿਆਰ। ਉਹ ਅੰਬੇਡਕਰਵਾਦੀ, ਉਹਨੂੰ ਆਪਣਾ ਏਜੰਡਾ, ਆਪਣਾ ਝੰਡਾ, ਆਪਣਾ ਫੰਡਾ ਬਿਲਕੁਲ ਕਲੀਅਰ। ਉਹ ਇੱਧਰ ਉੱਧਰ ਜਰਕਦਾ ਨਹੀਂ, ਥਿੜਕਦਾ ਨਹੀਂ। ਉਹ ਕਹਿੰਦਾ ਮੈਂ ਇਕੱਲਾ ਹੀ ਖਲੋਤਾ ਆ, ਮੈਂ ਇਕੱਲਾ ਹੀ ਹੈਗਾ ਆ, ਮੈਂ ਖੜਾ ਉਸ ਥਾਂ 'ਤੇ ਮੈਂ ਹਿੱਲ ਨਹੀਂ ਸਕਦਾ, ਸਮਾਜ ਵਾਸਤੇ ਖੜਾ ਆ, ਜੋ ਸਮਾਜ ਦੀ ਕਲਿਆਣਕਾਰੀ ਹੈ। ਤੇ ਆਪਾਂ ਨੂੰ ਇਹ ਵੀ ਸਮਝਣੀ ਪੈਣੀ ਗੱਲ ਕਿ ਬਾਬਾ ਸਾਹਿਬ ਨੇ ਸੰਵਿਧਾਨ ਦੀ ਸਿਰਜਣਾ ਕੀਤੀ, ਮਨੂਆ ਸਾਡੇ ਜਦੋਂ ਲਾਇਆ, ਤੇ ਫਿਰ ਸਾਨੂੰ ਇੱਕ ਧਰਮ ਵੀ ਦਿੱਤਾ, ਧੰਮ ਦਿੱਤਾ। ਧਰਮ ਰਾਈਟ ਵਰਡ ਨਹੀਂ ਹੈ, ਬੁੱਧ ਧੰਮ ਸ਼ਬਦ ਆ, ਬਾਕੀ ਸਾਰੇ ਧਰਮ ਆ, ਬੁੱਧ ਧੰਮ ਆ। ਉਹ ਇੱਕ ਜੀਵਨ ਜਾਚ ਆ, ਉਹ ਰੋਜ਼ ਰੋਜ਼ ਨਵਾਂ ਹੁੰਦਾ ਆ। ਬਾਕੀ ਧਰਮਾਂ ਵਿੱਚ ਕੋਈ ਸੰਭਾਵਨਾ ਨਹੀਂ ਕਿ ਬਦਲਿਆ ਜਾ ਸਕੇ, ਲੇਕਿਨ ਬੁੱਧ ਧੰਮ ਦੀ ਬਿਊਟੀ ਕੀ ਆ? ਉਹ ਬੁੱਧ ਵੀ ਕਹਿੰਦੇ, ਬਾਬਾ ਸਾਹਿਬ ਵੀ ਕਹਿੰਦੇ ਕਿ ਕੋਈ ਵੀ ਚੀਜ਼ ਇਹੋ ਜਿਹੀ ਨਹੀਂ ਹੈ ਜਿਹੜੀ ਪਰਿਵਰਤਨਸ਼ੀਲ ਨਹੀਂ ਆ, ਇਹ 'ਚ ਵੀ ਬਦਲਾਅ ਆਏਗਾ, ਇਹਦੇ ਵਿੱਚ ਵੀ ਲੋੜ ਅਨੁਸਾਰ ਬਦਲਾਅ ਹੋਣਗੇ। ਇਸ ਕਰਕੇ ਉਹ ਜਿੰਦਾ ਜਾਗਦਾ, ਜਿੱਦਾਂ ਭਾਰਤ ਦਾ ਸੰਵਿਧਾਨ ਇੱਕ ਜਿੰਦਾ ਜਾਗਦਾ ਗ੍ਰੰਥ ਆ, ਉਹਦੇ ਵਿੱਚ ਵੀ ਬਦਲਾਅ ਕੀਤੇ ਜਾ ਸਕਦੇ ਆ। ਉਹ ਕਹਿੰਦੇ ਬਾਬਾ ਸਾਹਿਬ ਲੋੜ ਅਨੁਸਾਰ ਇਹ ਜਿੰਦਾ ਜਾਗਦਾ, ਇਹ ਜਿੰਦੇ ਜਾਗਦੇ ਗ੍ਰੰਥ ਨੇ, ਇਹ ਜਿੰਦਾ ਜਾਗਦਾ ਧੰਮ ਆ। ਤੇ ਉਹਨਾਂ ਨੇ ਸਾਨੂੰ ਚੁਣ ਕੇ ਧੰਮ ਦਿੱਤਾ। ਤੇ ਉਹ ਬਾਬਾ ਸਾਹਿਬ ਦਾ 1956 ਦੇ ਵਿੱਚ ਅਕਤੂਬਰ ਦੇ ਵਿੱਚ ਉਹਨਾਂ ਦੀ ਡੈਥ ਤੋਂ ਪਹਿਲੇ, ਮਹਾਪਰਿਨਿਰਵਾਣ ਤੋਂ ਪਹਿਲੇ, ਉਹਨਾਂ ਦਾ ਆਖਰੀ ਫੈਸਲਾ ਸੀਗਾ ਕਿ ਮੈਂ ਤੁਹਾਨੂੰ ਬ੍ਰਾਹਮਣਵਾਦ ਦੀ ਜੁੱਤੀ ਤੋਂ ਮੁਕਤ ਕਰਨ ਦਾ ਇੱਕੋ ਤਰੀਕਾ ਲੱਭਦਾ ਕਿ ਤੁਸੀਂ ਉਹਨੂੰ ਛੱਡ ਹੀ ਦਿਓ, ਤੁਸੀਂ ਉਹਨੂੰ ਬਦਲ ਨਹੀਂ ਸਕਦੇ। ਉਹ ਇੰਨੀਆਂ ਗਲ ਸੜ ਚੁੱਕਿਆ ਹੈ ਕਿ ਉਹ 'ਚ ਪਰਿਵਰਤਨ ਨਹੀਂ ਕੀਤਾ ਜਾ ਸਕਦਾ, ਪਰ ਨਵੀਂ ਚੀਜ਼ ਨੂੰ ਅਸੀਂ ਅਡਾਪਟ ਕਰ ਸਕਦੇ ਹਾਂ। ਨਵੀਂ ਨਹੀਂ, ਅਸਲ 'ਚ ਸਾਡੇ ਪੁਰਖਿਆਂ ਦਾ ਧੰਮ ਆ, ਜਿਹਨੂੰ ਅਸੀਂ ਰੀਕਲੇਮ ਕੀਤਾ ਹੈ। ਇੱਕ ਸਵਾਲ ਮੈਂ ਅਕਸਰ ਆਪਣੇ ਸਾਰੇ ਦੂਸਰੇ ਜਦੋਂ ਧਰਮਾਂ ਦੇ ਸਾਥੀ ਬੈਠੇ ਹੁੰਦੇ ਤਾਂ ਉਹਨਾਂ ਨੂੰ ਪੁੱਛਦਾ ਹੁੰਦਾ ਮੈਂ ਕਿ ਇਹ ਦੱਸੋ ਵੀ ਤੁਸੀਂ ਮੰਨ ਲਓ ਸਿੱਖ ਜੀ, ਤੇ ਗੁਰੂ ਨਾਨਕ ਸਾਹਿਬ 1469 'ਚ ਆਏ, ਪੈਦਾ ਹੋਏ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਨਹੀਂ ਚਲਾਇਆ। ਅਸੀਂ ਕਹਿੰਦੇ ਹਾਂ ਸਿੱਖਾਂ ਦੇ ਪਹਿਲੇ ਗੁਰੂ ਸਨ, ਪਰ ਜਿਹੜਾ ਸਿੱਖ ਧਰਮ ਅਫੀਸ਼ਲੀ ਆ ਉਹ ਗੁਰੂ ਗੋਬਿੰਦ ਸਿੰਘ ਨੇ ਚਲਾਇਆ, ਜਦੋਂ ਖਾਲਸਾ ਸਾਜਿਆ। ਸਿੱਖ ਧਰਮ ਨੂੰ ਸਥਾਪਿਤ ਹੁੰਦਾ ਹੈ, ਪਰ ਪਹਿਲੇ ਗੁਰੂ ਸਾਹਿਬਾਨ ਉਹਨਾਂ ਦੇ ਸੀਗੇ, ਇਸ ਕਰਕੇ ਅਸੀਂ ਕੰਸੀਡਰ ਕਰ ਲੈਂਦੇ ਹਾਂ ਕਿ ਉਹ ਸਿੱਖ ਧਰਮ ਨੇ। ਮੈਂ ਉਹਨਾਂ ਨੂੰ ਪੁੱਛਦਾ ਵੀ ਆਪਣੇ ਭੈਣ ਭਰਾਵਾਂ ਦੇ ਬੈਠੇ ਬਹੁਤ ਸਾਰੇ ਸਰਦਾਰ ਹੁੰਦੇ ਇੱਥੇ ਬੈਠੇ, ਵੀ ਦੱਸੋ ਵੀ 1469 ਤੋਂ ਪਹਿਲੇ ਜਿਹੜੇ ਤੁਹਾਡੇ ਪੁਰਖੇ ਸੀ ਉਹ ਕਿਹੜੇ ਧਰਮ ਨੂੰ ਮੰਨਦੇ ਸਨ? ਕੀ ਉਹ ਮੁਸਲਮਾਨ ਸੀ? ਕੀ ਉਹ ਕ੍ਰਿਸਚਨ ਸੀ? ਤੇ ਉਹ ਕੀ ਸੀ ਫਿਰ? ਅਫਕੋਰਸ ਜਦੋਂ ਬੁੱਧ ਧਰਮ ਨਿਕਲਾ, ਭਾਰਤ ਦਾ ਧਰਮ ਸੀਗਾ, ਤਾਂ ਸਾਰੇ ਬੁੱਧ ਹੀ ਸੀਗੇ। ਤੇ ਸਾਨੂੰ ਆਪਣੇ ਮੂਲ ਧਰਮ ਵਿੱਚ ਜਾਣ 'ਚ ਪ੍ਰੋਬਲਮ ਕੀ ਹੈ ਜਦੋਂ ਸਾਡੇ ਸਾਰੇ ਅਧਿਕਾਰ ਸੁਰੱਖਿਅਤ ਨੇ ਔਰ ਸਾਨੂੰ ਬਾਬਾ ਸਾਹਿਬ ਚੁਣ ਕੇ ਦੇ ਰਹੇ ਨੇ? ਸਾਨੂੰ ਬਾਬਾ ਸਾਹਿਬ ਵੀ ਚੰਗੇ ਲੱਗਦੇ, ਅਸੀਂ ਜੈ ਭੀਮ ਵੀ ਕਰ ਸਕਦੇ ਹਾਂ, ਸਾਨੂੰ ਉਹਨਾਂ ਦੇ ਦਿੱਤੇ ਸਰਟੀਫਿਕੇਟ ਅਧਿਕਾਰ ਵੀ ਚੰਗੇ ਲੱਗਦੇ ਆ ਹਰ ਲੈਵਲ ਤੇ, ਅਸੀਂ ਉਹਨਾਂ ਨੂੰ ਵੀ ਜੱਫੇ ਮਾਰ ਕਹਿੰਦੇ ਜਦੋਂ ਛੇੜਛਾੜ ਹੁੰਦੀ ਹੈ ਅਸੀਂ ਝਾਟੀ ਸੜਕਾਂ 'ਤੇ ਜਾਣ ਨੂੰ ਫਿਰਦੇ ਹਾਂ। ਪਰ ਜਿਹੜਾ ਬਾਬਾ ਸਾਹਿਬ ਨੇ ਇੰਨੀ 21 ਸਾਲ ਪੜ੍ਹਾਈ ਕਰਕੇ ਇੱਕ ਸਾਨੂੰ ਧੰਮ ਚੁਣ ਕੇ ਦਿੱਤਾ, ਉਹਨੂੰ ਆਪਣੇ ਕਹਿੰਦੇ ਕੀ ਪ੍ਰੋਬਲਮ? ਕੀ ਧੰਮ ਕਹਿਣ ਦੇ ਨਾਲ, ਚੁਣਨ ਦੇ ਨਾਲ, ਲਿਖਣ ਦੇ ਨਾਲ ਬਹੁਤ ਧੰਮ? ਕੀ ਅਸੀਂ ਰਵਿਦਾਸ ਜੀ ਤੋਂ ਦੂਰ ਹੋ ਜਾਵਾਂਗੇ? ਅਸੀਂ ਕਬੀਰ ਸਾਹਿਬ ਤੋਂ ਦੂਰ ਹੋ ਜਾਵਾਂਗੇ? ਉਹ ਵੀ ਰਹਿਣਾ ਸਾਰਾ ਕੁਛ ਸਾਡੇ ਕੋਲ, ਉਹ ਉਹਨਾਂ ਦੇ ਹਿੱਸਾ ਨੇ। ਉਸ ਤੋਂ ਅੱਗੇ ਚੱਲ ਕੇ ਆਈ ਹੈ ਗੱਲ, ਉਹ ਸਾਡੇ ਮਹਾਰਾਜ ਰਹਿਣੇ ਨੇ, ਸਾਡੇ ਪੂਜਨੀਕ ਨੇ, ਸਾਡੇ ਉਹ ਹਮੇਸ਼ਾ ਹੀ ਸਤਿਕਾਰਯੋਗ ਨੇ, ਅਸੀਂ ਉਹਨੂੰ ਛੱਡ ਥੋੜ੍ਹਾ ਦੇਣਾ। ਉਹਦੀ ਇੱਕ ਹੀ ਚੀਜ਼ ਨੇ, ਪਰ ਸਾਡੇ ਦਿਮਾਗ ਦੇ ਵਿੱਚ ਜਿਹੜਾ ਮਾਸ਼ਾ, ਚਮਾਰ, ਜੁਲਾਇਆ, ਵਾਲਮੀਕੀ, ਫਲਾਣਾ ਟਮਕਾਣਾ ਜਦੋਂ ਅਸੀਂ ਕਰਦੇ ਹਾਂ, ਅਸੀਂ ਬਾਹਮਣ ਨੂੰ ਵਾਲ ਕਿਉਂ ਪੜ੍ਹਦੇ ਭਾਈ? ਮਨੂਵਾਦੀ ਅਸੀਂ, ਉਹਨੇ ਥੋਪਿਆ ਸੀ ਸਾਡੇ ਤੇ, ਅਸੀਂ ਅੰਨ੍ਹੇ ਵਾਂਗ ਮੰਨਿਆ ਹੋਇਆ ਹੈ। ਅਸੀਂ ਕਿਉਂ ਛੱਡਾਂਗੇ? ਅਸੀਂ ਕਦੋਂ ਕਹਾਂਗੇ ਮੇਰਾ ਬੱਚਾ ਪੜ੍ਹਿਆ ਲਿਖਿਆ ਹੈ, ਇਸ ਜੌਬ 'ਚ ਜੀ, ਤੁਹਾਡਾ ਵੀ ਬੱਚਾ ਅਸਲ ਮਤਲਬ ਵਧੀਆ ਹੈ, ਮੈਨੂੰ ਲੱਗਦਾ ਕਿ ਸਾਡਾ ਮੈਚ ਬਣ ਸਕਦਾ ਹੈ, ਜਾਂ ਬੱਚਿਆਂ ਨੂੰ ਲੱਗਦਾ ਆਪਸ ਦੇ ਵਿੱਚ, ਤੇ ਸਾਡੇ ਬੱਚਿਆਂ ਦੇ ਵਿੱਚ, ਜਦ ਤੱਕ ਸਾਡੇ ਆਪਣੇ ਪਰਿਵਾਰਾਂ ਦੇ ਵਿੱਚ ਅਸੀਂ ਸੱਭਿਆਚਾਰਕ ਤੌਰ 'ਤੇ, ਧਾਰਮਿਕ ਤੌਰ 'ਤੇ, ਆਰਥਿਕ ਰੂਪ ਦੇ ਵਿੱਚ ਇਹ ਆਪਸ ਦੇ ਵਿੱਚ ਇੰਟਰਚੇਂਜ ਨਹੀਂ ਕਰਾਂਗੇ, ਨਹੀਂ ਜੁੜਾਂਗੇ, ਤਦ ਤੱਕ ਅਸੀਂ ਅੰਬੇਡਕਰ ਵੀ ਨਹੀਂ ਬਣ ਸਕਦੇ, ਇੱਕ ਐਸਸੀ ਵੀ ਨਹੀਂ ਬਣ ਸਕਦੇ। ਅਸੀਂ ਕੈਟੇਗਰੀ ਨਹੀਂ ਹਾਂ, ਅਸੀਂ ਫਿਰ ਜਾਤਾਂ 'ਚ ਉੱਗੇ ਹੋਏ। ਕਮ ਸੇ ਕਮ ਯਾਰ ਕੈਟੇਗਰੀ ਤੱਕ ਤੇ ਆ ਜਾਓ, ਵਰਨ ਤੇ ਆ ਜਾਓ, ਇੱਕ ਵਰਨ ਹੀ ਬਣ ਜਾਈਏ ਆਪਾਂ। ਮਤਲਬ ਕਹਿਣ ਦਾ ਇਹ ਆ, ਮੈਨੂੰ ਪਤਾ ਇਸ਼ਾਰਾ ਹੋ ਗਿਆ ਟਾਈਮ ਦਾ, ਟਾਈਮ ਥੋੜ੍ਹਾ ਆ, ਗੱਲਾਂ ਬਹੁਤ ਨੇ ਕਰਨ ਵਾਲੀਆਂ, ਔਰ ਮੈਂ ਸਵਾਗਤ ਕਰਦਾ ਹਾਂ ਭੀਮ ਆਰਮੀ ਦਾ,
ਕਿ ਉਹਨਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ ਹੈ ਏਕਤਾ ਦਾ। ਏਕਤਾ ਦੀ ਗੱਲ ਕੀਤੀ ਆ, ਏਕਤਾ ਹੀ ਮਕਸਦ ਆ, ਏਕਤਾ ਹੀ ਸਾਡਾ ਪਰਪਸ ਆ। ਔਰ ਪਾਸਟ ਵਿੱਚ ਵੀ ਕਿਸੇ ਨਾਲ ਕੋਈ ਗੱਲਬਾਤ ਵੱਧ ਘੱਟ ਕਿਸੇ ਦੀ ਹੋਈ ਹੈ ਛੱਡ ਕੇ ਅੱਜ ਵੀ ਇਹਨਾਂ ਦੇ ਏਕਤਾ ਦੇ ਸੁਨੇਹੇ ਨੂੰ ਕਬੂਲੋ ਤੇ ਸਾਰੇ ਬੀਮਾਰੀ ਨੂੰ ਸੱਦਾ ਦਿੰਦਾ ਮੈਂ ਪਰਿਵਾਰ ਨੂੰ ਵੀ ਉਹ ਅੰਮ੍ਰਿਤਸਰ ਮਿਸ਼ਨ ਵਿੱਚ ਇੱਕ ਦਿਨ ਦਾ ਕੇਡਰ ਕੈਂਪ ਲਾਉਣ ਆਉਣ। ਅਸੀਂ ਉਹਨਾਂ ਨੂੰ 2-3 ਘੰਟਿਆਂ ਦੇ ਵਿੱਚ ਭਾਰਤ ਦਾ ਇੱਕ ਪੂਰਾ ਨਕਸ਼ਾ ਦਿਖਾ ਦਾਂਗੇ ਵੀ ਇਹ ਚੱਲਦਾ ਕਿਵੇਂ ਕੰਮ ਸਾਰਾ, ਕੀ ਚੀਜ਼ ਆ, ਅਸੀਂ ਸਮਝ ਨਹੀਂ ਕੀ ਅਸੀਂ ਜਾਣਾ ਕਿੱਥੇ ਹੈ। ਸੋ ਇਹਦੇ ਵਾਸਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਜਿਹੜੇ ਤੁਹਾਡੇ ਪ੍ਰਧਾਨ ਸਾਹਿਬ ਆਏ, ਜਿਹੜੇ ਅਫੀਸ਼ੀਅਲ ਆਥੋਰਾਈਜ਼ਡ ਮੈਂਬਰਸ ਆ, ਉਹ ਇੱਕ ਦਿਨ ਸਾਡੇ ਨਾਲ ਮਿਲ ਲੈਣ। ਅਸੀਂ ਸਾਰਾ ਪਰਿਵਾਰ ਮਿਲ ਕੇ ਇਹ ਵਾਲਾ ਪ੍ਰੋਗਰਾਮ ਕਰਾਂਗੇ। ਕਿਉਂਕਿ ਦੇਖੋ ਜੇ ਅਸੀਂ ਪ੍ਰੋਗਰਾਮ ਕੀਤਾ ਆ ਸਮੇਂ ਦੀ ਕਮੀ ਕਰਕੇ, ਜੇਕਰ ਅਸੀਂ ਗੱਲ ਹੀ ਨਹੀਂ ਕਹਿ ਪਾਉਂਦੇ ਆਪਣੀ, ਤੇ ਫਿਰ ਪਰਪਸ ਹੱਲ ਨਹੀਂ ਹੁੰਦਾ। ਸਾਡਾ ਮਕਸਦ ਬਹੁਤ ਸਾਰੇ ਬੁਲਾਣਾ ਨਹੀਂ ਹੋਣਾ ਚਾਹੀਦਾ। ਸਾਡਾ ਮਕਸਦ ਹੋਣਾ ਚਾਹੀਦਾ ਕੰਮ ਦੀ ਗੱਲ ਲੋਕਾਂ ਤੱਕ ਪਹੁੰਚੇ ਤੇ ਇਹ ਫਰੂਟਫੁਲ ਹੋਏ ਤੇ ਅਗਲੀ ਵਾਰੀ ਐਕਸ਼ਨ ਹੋਏ। ਅਗਲੀ ਵਾਰ ਆਈਏ ਤੇ ਇੰਨੇ ਲੋਕ ਹੋਰ ਲੈ ਕੇ ਆਈਏ ਤੇ ਕੇਡਰ ਕੈਂਪ ਚਾਹੀਏ। ਔਰ ਪੜ੍ਹਨਾ ਬਹੁਤ ਜ਼ਰੂਰੀ ਹੈ। ਬਾਬਾ ਸਾਹਿਬ ਨੂੰ ਪੜ੍ਹੇ ਬਿਨਾਂ ਅਸੀਂ ਪਰਿਵਰਤਨ ਨਹੀਂ ਹੋ ਸਕਦੇ। ਸਾਡੇ ਕੋਲ ਬਾਬਾ ਸਾਹਿਬ ਦਾ ਬਹੁਤ ਲਿਟਰੇਚਰ ਆ, ਫॉर ਸੇਲ ਵੀ ਹੈਗਾ ਆ। ਔਰ ਸਾਡੇ ਭਾਰਤ ਦਾ ਸੰਵਿਧਾਨ ਹਿੰਦੀ ਦੇ ਵਿੱਚ, ਪੰਜਾਬੀ ਦੇ ਵਿੱਚ ਸੰਵਿਧਾਨ ਬਣਿਆ ਕਿਵੇਂ, ਉਹਦਾ ਇਤਿਹਾਸ ਇੱਕ ਸਟੈਪ ਦੇ ਉੱਤੇ ਕੀ ਹੋਇਆ, ਉਹ ਪੰਜਾਬੀ ਵਿੱਚ ਡਾਕਟਰ ਇੰਦਰਜੀਤ ਕੁਮਾਰ ਦੀ ਕਿਤਾਬ ਆਪਣੇ ਕੋਲ ਹੁਣ ਇਹ ਨੇ, ਉਹ ਟੀਚਰ ਨੇ, ਲਾਅ ਦੇ PhD ਨੇ, ਉਹ ਪਈਆਂ ਨੇ। ਆਹ ਕੈਲੰਡਰ ਮੈਡਮ ਨੇ ਦੱਸਿਆ, ਸੈਂਸਸ ਦੇ ਉੱਤੇ ਕਿਤਾਬ ਮੇਰੇ ਕੋਲ PDF 'ਚ ਵੀ ਹੈਗੀ ਆ। ਮੈਂ ਤੁਹਾਡੇ ਕਿਸੇ ਸੱਜਣ ਨੂੰ ਭੇਜ ਦਾਂਗਾ, ਆਪਣੇ ਗਰੁੱਪ 'ਚ ਸ਼ੇਅਰ ਕਰ ਦੇ ਕਿ ਸੈਂਸਸ ਬਾਰੇ ਪੜ੍ਹ ਕੇ ਦੇਖਿਓ ਵੀ ਧੰਮ ਦੇ ਵਿੱਚ ਧਾਰਮਿਕਤਾ ਕਰਨ ਦਾ ਫਾਇਦਾ ਕੀ ਹੁੰਦਾ ਆ, ਕਿੱਦਾਂ ਸੀਟਾਂ ਵੱਧਦੀਆਂ ਆ, ਕਿੱਦਾਂ ਗਿਣਤੀ ਵੱਧਦੀ ਆ, ਕਿੱਦਾਂ ਬਜਟ ਵੱਧਦਾ ਆ। ਹਰ ਚੀਜ਼ ਦਾ ਛੋਟਾ ਜਿਹਾ ਕਿਤਾਬ 'ਚ ਆਇਆ। ਔਰ ਮੇਰੇ ਖਿਆਲ 'ਚ ਹਰ ਘਰ 'ਚ ਹੋਣਾ ਚਾਹੀਦਾ, ਪੜ੍ਹਨਾ ਚਾਹੀਦਾ। PDF ਹੈਗਾ, ਮੋਬਾਈਲ ਹੈਗੇ, ਸਭ ਕੋਲ ਇੰਨਾ ਸਾਰੀ ਦਿਨ ਅਸੀਂ WhatsApp 'ਤੇ ਬੈਠਦੇ ਹਾਂ। ਉਸ ਤੋਂ ਇਲਾਵਾ ਸਮਰਾਟ ਅਸ਼ੋਕ ਦੇ ਉੱਤੇ ਕਿਤਾਬ ਸੰਗ੍ਰਹਿ, ਇਹ ਕਿਤਾਬ ਵੀ ਸਾਡੇ ਕੋਲ ਅਵੇਲੇਬਲ ਆ। ਇਹ ਕਿਤਾਬ ਸਾਡੇ ਕੋਲ 100-150 ਕਿਤਾਬ ਹੋਏਗੀ। ਇਹ ਬਿਲਕੁਲ ਫ੍ਰੀ ਆਫ ਕਾਸਟ ਆ। ਇਹ ਕਿਤਾਬ ਦੀ ਕੀਮਤ 50 ਰੁਪਏ ਆ। ਜਿਹੜਾ ਕੈਲੰਡਰ ਮੈਨੂੰ ਦੱਸ ਕੇ ਗਏ ਆ, ਇਹ ਵਾਲਾ, ਇਹਦੀ ਖਾਸੀਅਤ ਕੀ ਆ ਕਿ ਜਿੱਦਾਂ ਪਹਿਲੇ ਮਹੀਨੇ ਮਾਤਾ ਸਵਿਤਰੀ ਬਾਈ ਫੂਲੇ ਜੀ ਦਾ ਜਨਮ ਦਿਨ ਆਉਂਦਾ ਹੈ 3 ਤਰੀਕ ਨੂੰ, ਤੇ ਉਸ ਤੋਂ ਬਾਅਦ ਇਹ ਤਾਂ ਸਾਰੀ ਡਿਟੇਲ ਆ ਕਿ ਕਿਹੜੀ ਘਟਨਾ ਕਦੋਂ ਹੋਈ ਆ, ਕਦੋਂ ਬਾਬਾ ਸਾਹਿਬ ਨੇ ਅਖਬਾਰ ਕੱਢਤੀ, ਕਦੋਂ ਇੱਕ ਸਭਾ ਬਣਾਤੀ, ਕਦੋਂ ਸਾਹਿਬ ਕਾਂਸ਼ੀਰਾਮ ਦਾ ਜਨਮ ਦਿਨ ਆ ਗਿਆ। ਮਤਲਬ ਸਾਡੇ ਮਹਾਂਪੁਰਸ਼ਾਂ ਦਾ, ਗੁਰੂ ਰਵਿਦਾਸ ਜੀ ਦਾ ਜਨਮ ਦਿਨ ਫਰਵਰੀ ਵਿੱਚ, ਦੇਖੋ ਫਰਵਰੀ ਮਹੀਨਾ ਗੁਰੂ ਰਵਿਦਾਸ ਜੀ ਨੂੰ ਸਮਰਪਿਤ ਹੈ। ਇਸ ਤਰ੍ਹਾਂ ਨਾਲ ਇਹ ਜਿਹੜਾ ਮਹੀਨਾ ਆਏਗਾ ਸੰਤ ਮਹਾਂਪੁਰਸ਼ ਆਉਣਗੇ, ਉਹਨਾਂ ਨੂੰ ਇੱਕ ਮਹੀਨਾ ਸਮਰਪਿਤ ਹੁੰਦਾ। ਪਲੱਸ ਨਾਲ ਦੀ ਨਾਲ ਉਹ ਥੱਲੇ ਪੂਰਾ ਕੈਲੰਡਰ ਵਿੱਚ ਇੱਕ ਦੀ ਫੋਟੋ ਲੱਗੀ ਹੈ ਵੀ ਅੱਜ ਆਹ ਖਾਸ ਡੇ ਆ। ਸਾਨੂੰ ਉਹ ਕੈਲੰਡਰ ਵੇਖਦੇ ਸਾਰ ਸਵੇਰੇ ਪਤਾ ਲੱਗ ਜਾਏਗਾ ਵੀ ਅੱਜ ਸਾਡੇ ਕਿਹੜੇ ਮਹਾਂਪੁਰਸ਼ ਦਾ ਜਨਮ ਦਿਨ ਆ, ਜਾਂ ਕੋਈ ਕਿਸੇ ਦੀ ਉਹ ਆਪਣੇ ਜਿਹੜੀ ਆ ਜਾਂਦੀ ਆ ਬਰਸੀ ਜਾਂ ਕੁਛ ਵਾਟਐਵਰ ਜੋ ਵੀ, ਆਪਾਂ ਹਰ ਚੀਜ਼ ਕੈਲੰਡਰ ਮਿਲੇਗਾ ਪੂਰਾ ਇਹ ਵਾਲਾ। ਇਹਦੀ ਕਾਸਟ, ਇਹ ਪ੍ਰੋਡਕਸ਼ਨ ਕਾਸਟ ਦੀ 50 ਰੁਪਏ ਜਿੱਥੋਂ ਮੰਗਾਏ ਨੇ, ਉਹਨਾਂ ਨੇ ਸਾਨੂੰ ਭੇਜੇ ਨੇ। ਅਸੀਂ ਉਹਨੂੰ ਕਿਹਾ ਵੀ ਸਾਨੂੰ 50 ਰੁਪਏ ਸਾਨੂੰ ਰეკਮੈਂਡ ਕਰਾਂਗੇ। ਅਸੀਂ 200 ਕੈਲੰਡਰ ਮੰਗਵਾਇਆ ਆ, ਬੋਧੀ ਸਤਵ ਬਾਬਾ ਸਾਹਿਬ ਮਿਡਲ ਸਕੂਲ ਵਾਲੇ 'ਚ ਪਾਇਆ। ਸੋ ਮੇਰੀ ਬੇਨਤੀ ਹੈ ਕਿ ਇਹ ਗਿਫਟ ਰੱਖੋ ਆਪਣੇ ਘਰ ਦੇ ਵਿੱਚ 2-2 4-4। ਕਿਸੇ ਦੇ ਬੱਚੇ ਦਾ ਜਨਮ ਦਿਨ ਆਉਂਦਾ ਸਾਡੇ ਭੈਣ ਭਰਾ ਦਾ, ਉਹਨੂੰ ਸੰਵਿਧਾਨ ਗਿਫਟ ਕਰੋ, ਉਹਨੂੰ ਬਾਬਾ ਸਾਹਿਬ ਦੀ ਕਿਤਾਬ ਗਿਫਟ ਕਰੋ, ਉਹਨੂੰ ਇੱਕ ਕੈਲੰਡਰ ਗਿਫਟ ਕਰੋ। ਇਹ ਘਰ ਦੇ ਵਿੱਚ ਇੱਕ ਕੈਲੰਡਰ ਇੱਕ ਯੂਨੀਫਾਰਮ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਇਹ ਆ ਤਰੀਕਾ ਆਪਣੀ ਆਇਡੈਂਟੀਟੀ ਨੂੰ ਰੀਕਲੇਮ ਕਰਨ ਦਾ, ਦੁਬਾਰਾ ਆਪਣੇ ਕਲਚਰ ਨੂੰ ਸਥਾਪਿਤ ਕਰਨ ਦਾ। ਅਸੀਂ ਗੱਲਾਂ ਕਰਕੇ ਚਲੇ ਜਾਈਏ, ਕੰਮ ਅਸੀਂ ਕੋਈ ਵੀ ਨਾ ਕਰੀਏ। ਅਸੀਂ ਜੇ ਧਾਰਮਿਕ ਸਥਾਨਾਂ 'ਤੇ ਜਾਂਦੇ ਹਾਂ, ਜੇ ਉੱਥੇ ਵੀ ਕਥਾ ਕਹਾਣੀਆਂ ਸੁਣਾਉਣੀਆਂ ਨੇ, ਉਹ ਪਰਿਵਰਤਨ ਨਹੀਂ ਆਏਗਾ। ਬਾਕੀ ਸਾਡਾ ਯੂਥ ਆ ਬੀਮਾਰ ਨਹੀਂ, ਪਰ ਮੈਨੂੰ ਖੁਸ਼ੀ ਹੈ ਵੀ ਦੇ ਆਰ ਦਾ ਫਿਊਚਰ ਲੀਡਰਸ। ਇਹ ਸਾਡਾ ਫਿਊਚਰ ਨੇ। ਜੇ ਇਹ ਇੱਕ ਵਾਰੀ ਐਕਟੀਵੇਟ ਹੋ ਗਏ, ਪ੍ਰੋਪਰ ਗਾਈਡ ਹੋ ਗਏ, ਮੈਂ ਕਹਿੰਦਾ ਵੀ ਅਸੀਂ ਦੇਖਣਾ ਚਾਹੁੰਦੇ ਹਾਂ ਆਪਣੇ ਲੀਡਰ, ਇਹ ਸਾਡੇ ਲੀਡਰ ਬਣ, ਇਹ ਸਾਡਾ ਫਿਊਚਰ ਨੇ। ਇਹਨਾਂ ਤੋਂ ਬਗੈਰ ਅਸੀਂ ਕੁਛ ਵੀ ਨਹੀਂ ਹੈ। ਯੂਥ ਯੂਥ ਦੇ ਬੱਚੇ ਜਿਸ ਸਮਾਜ ਨੂੰ ਤਿਆਰ ਕਰਨੇ ਨਹੀਂ ਆਏ, ਉਹਦੇ ਪੱਲੇ ਕੱਖ ਨਹੀਂ ਹੈ। ਉਹ ਅੱਜ ਵੀ ਹੈ ਨਹੀਂ, ਉਹ ਕੱਲ੍ਹ ਵੀ ਹੈ ਨਹੀਂ। ਸੋ ਬਹੁਤਾ ਸਮਾਂ ਨਾ ਲੈਂਦੇ ਹਾਂ। ਇੱਕ ਗੁਜ਼ਾਰਿਸ਼ ਹੈ ਕਿ ਇਹ ਕਿਤਾਬਾਂ ਜਾਂ ਕੈਲੰਡਰ ਜ਼ਰੂਰ ਲੈ ਕੇ ਜਾਣਾ ਸਾਰੇ, ਇੱਕ 2-2 ਆਪਣੇ ਭੈਣ ਭਰਾਵਾਂ ਵਾਸਤੇ ਵੀ। ਮੈਂ ਇਜਾਜ਼ਤ ਲੈਂਦਾ। ਜੈ ਭੀਮ, ਜੈ ਭਾਰਤ।